ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਚੈਨਲ D5 ਪੰਜਾਬੀ। ਤੁਹਾਨੂੰ ਅੱਜ ਦੀ ਸਭ ਤੋਂ ਵੱਡੀ ਖਬਰ ਦੇ ਦਈਏ। ਸਭ ਤੋਂ ਵੱਡੀ ਖਬਰ ਅੱਜ ਇਹ ਹੈਗੀ ਕਿ ਪੰਜਾਬ ਦੇ ਇੱਕ ਮੰਤਰੀ, ਸਿਹਤ ਮੰਤਰੀ ਜਿਹੜੇ ਵਿਜੇ ਸਿੰਗਲਾ ਨੇ, ਉਹਨਾਂ ਨੂੰ ਉਹਨਾਂ ਦੀ ਆਪਣੀ ਹੀ ਸਰਕਾਰ ਨੇ, ਭਗਵੰਤ ਮਾਨ ਨੇ ਬਰਖਾਸਤ ਕਰ ਦਿੱਤਾ ਹੈ। ਬਰਖਾਸਤ ਕਿਉਂ ਕੀਤਾ ਹੈ? ਕਰਪਸ਼ਨ ਦੇ ਦੋਸ਼ ਨੇ ਉਹਨਾਂ ਤੇ। ਠੇਕੇ ਜਿਹੜੇ ਸੀਗੇ ਉਹਨਾਂ ਦੇ ਅਧਿਕਾਰੀਆਂ ਤੋਂ 1% ਜਿਹੜਾ ਸੀ 1% ਦੀ ਜਿਹੜੀ ਸੀਗੀ ਉਹ ਜਿਹੜੀ ਉਹਦੇ ਵਿੱਚੋਂ ਮੰਗਦੇ ਸੀਗੇ। ਇਸ ਚੀਜ਼ ਨੂੰ ਲੈ ਕੇ ਇੱਕ ਵੱਡੀ ਖਬਰ ਅੱਜ ਦੀ ਆਈ ਹੈ ਕਿ ਆਪਣੇ ਹੀ ਮੰਤਰੀ ਨੂੰ ਬਰਖਾਸਤ ਕਰ ਦਿੱਤਾ। ਇੱਕ ਵੱਡਾ ਕਦਮ। ਇਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਜਿਹੜੀ ਹੈ ਕਿੰਨੀ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ। ਪਹਿਲੀ ਵਾਰ ਸ਼ਾਇਦ ਹੋਇਆ ਹੋਵੇਗਾ ਜਿਹੜਾ ਪੰਜਾਬ ਦੇ ਦੀ ਹਿਸਟਰੀ ਦੇ ਵਿੱਚ ਕਿ ਆਪਣੀ ਹੀ ਸਰਕਾਰ ਨੇ, ਮੌਜੂਦਾ ਸਰਕਾਰ ਨੇ ਆਪਣੇ ਮੰਤਰੀ ਨੂੰ ਜਿਹੜਾ ਉਹ ਬਰਖਾਸਤ ਕਰ ਦਿੱਤਾ ਹੋਵੇ। ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਬਰਖਾਸਤ ਕੀਤਾ, ਕੇਸ ਵੀ ਦਰਜ ਕਰ ਦਿੱਤਾ ਨਾਲ ਦੀ ਨਾਲ ਔਰ ਗ੍ਰਿਫਤਾਰ ਕਰ ਲਿੱਤੇ ਗਏ ਨੇ। ਇਸ ਕਰਕੇ ਤੁਹਾਨੂੰ ਅੱਜ ਦੀ ਵੱਡੀ ਖਬਰ ਇਹੀ ਦੁਬਾਰਾ ਦਿੰਦੇ ਆ ਕਿ ਗ੍ਰਿਫਤਾਰ ਕਰ ਲਿੱਤੇ ਗਏ ਨੇ ਵਿਜੇ ਸਿੰਗਲਾ ਜਿਹੜੇ ਕਿ ਸਿਹਤ ਮੰਤਰੀ ਨੇ। ਉਹਨਾਂ ਤੇ ਕਰਪਸ਼ਨ ਦੇ ਚਾਰजेस ਲੱਗੇ ਨੇ। ਸਾਡੇ ਨਾਲ ਜਿਹੜੇ ਨੇ ਉਹ ਇਸ ਟਾਈਮ ਨੀਲ ਗਰਗ ਨੇ ਜਿਹੜੇ ਕਿ ਪਾਰਟੀ ਦੇ ਬੁਲਾਰੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ। ਨੀਲ ਗਰਗ ਜੀ, ਸਾਰਾ ਕੀ ਹੋਇਆ? ਤੁਸੀਂ ਆਪਣੀ ਸਰਕਾਰ ਦੇ ਵਿੱਚ ਮੰਤਰੀ ਨੂੰ ਬਰਖਾਸਤ ਕਰਤਾ। ਦੇਖ ਲਓ, ਜਿਹੜਾ ਮੈਂਡੇਟ ਪੰਜਾਬ ਦੇ ਲੋਕਾਂ ਨੇ 92 ਸੀਟਾਂ ਦੇ ਨਾਲ ਦਿੱਤਾ ਸੀ, ਜਿਹੜਾ ਭਰੋਸਾ ਜਤਾਇਆ ਸੀ, ਉਹ ਭਰੋਸੇ ਨੂੰ ਕਾਇਮ ਰੱਖਣਾ ਸਾਡਾ ਸਭ ਤੋਂ ਪਹਿਲਾ ਫਰਜ਼ ਹੈ। ਤੇ ਅਸੀਂ ਲੋਕਾਂ ਤੋਂ ਇਹੀ ਕਹਿ ਕੇ ਵੋਟਾਂ ਮੰਗੀਆਂ ਸੀ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਕਰਪਸ਼ਨ ਦੇ ਉੱਤੇ ਜ਼ੀਰੋ ਟੋਲਰੈਂਸ ਹੋਏਗੀ। ਇਹੀ ਕਾਰਨ ਹੈ, ਤੁਹਾਨੂੰ ਯਾਦ ਹੋਏਗਾ ਮੈਡਮ, ਉਹ ਤੁਸੀਂ ਵੀ ਕਵਰ ਕੀਤਾ ਸੀ ਕਿ ਜਦੋਂ ਪਹਿਲੇ ਦਿਨ MLA ਸਾਹਿਬਾਨ ਦੀ ਮੀਟਿੰਗ ਲਈ ਸੀ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਔਰ ਸਰਦਾਰ ਭਗਵੰਤ ਸਿੰਘ ਮਾਨ ਨੇ, ਤਾਂ ਇੱਕੋ ਗੱਲ ਆਖੀ ਸੀ ਕਿ ਕਰਪਸ਼ਨ ਦੇ ਉੱਤੇ ਜ਼ੀਰੋ ਟੋਲਰੈਂਸ ਹੈ। ਔਰ ਜਦੋਂ ਹੀ ਪਿਛਲੇ ਦਿਨੀ ਸਰਦਾਰ ਭਗਵੰਤ ਸਿੰਘ ਮਾਨ ਕੋਲੇ ਕੁਝ ਇਦਾਂ ਦੀਆਂ ਗੱਲਾਂ ਬਾਤਾਂ ਆਈਆਂ, ਕੁਝ ਸਬੂਤ ਜੁਟੇ, ਜਿਨ੍ਹਾਂ ਦੇ ਵਿੱਚ ਇਹ ਦੇਖਿਆ ਗਿਆ ਕਿ ਡਾਕਟਰ ਵਿਜੇ ਸਿੰਗਲਾ ਜਿਹੜੇ ਕਿ ਹੈਲਥ ਮਿਨਿਸਟਰ ਸੀ, ਉਹ ਆਪਣੇ ਮਹਿਕਮੇ ਦੇ ਜਿਹੜੇ ਕੰਮਕਾਜ ਨੇ ਜਾਂ ਟੈਂਡਰ ਨੇ ਉਹਨਾਂ ਚੋਂ 1% ਦੀ ਡਿਮਾਂਡ ਕਰਦੇ ਨੇ, ਤਾਂ ਫੌਰੀ ਤੌਰ ਤੇ ਉਹਦੀ ਜਾਨੀ ਕਿ ਜਾਣਕਾਰੀ ਲਈ ਗਈ, ਇਨਕੁਆਇਰੀ ਕੀਤੀ ਗਈ ਔਰ ਉਹਨਾਂ ਨੂੰ ਨਾ ਕੇਵਲ ਅੱਜ ਬਰਖਾਸਤ ਕੀਤਾ ਬਲਕਿ ਹੁਣ ਗ੍ਰਿਫਤਾਰ ਵੀ ਕਰ ਲਿਆ ਗਿਆ। ਇਹ ਬਿਲਕੁਲ ਕੜਾ ਤੇ ਸਪਸ਼ਟ ਸੰਦੇਸ਼ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਕਰਪਸ਼ਨ ਦੇ ਲਈ ਕੋਈ ਥਾਂ ਨਹੀਂ ਹੈ। ਔਰ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਔਰ ਪੂਰੇ ਹਿੰਦੁਸਤਾਨ ਦੇ ਇਤਿਹਾਸ 'ਚ ਦੂਜੀ ਵਾਰੀ ਹੋ ਰਿਹਾ, ਕਿਉਂਕਿ 2015 ਦੇ ਵਿੱਚ ਉਦੋਂ ਵੀ ਦਿੱਲੀ ਦੇ ਵਿੱਚ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੇ ਵਿੱਚ ਜਦੋਂ ਉਹਨਾਂ ਕੋਲ ਇੱਕ ਆਡੀਓ ਪਹੁੰਚੀ ਸੀ ਉਸ ਵਕਤ ਦੇ ਫੂਡ ਮੰਤਰੀ ਦੀ, ਤਾਂ ਫੌਰੀ ਤੌਰ ਤੇ ਉਹਨੂੰ ਬਰਖਾਸਤ ਕੀਤੇ ਤੇ CBI ਨੂੰ ਇਨਕੁਆਇਰੀ ਲਗਾਤੀ ਸੀ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਕਿ ਆਮ ਆਦਮੀ ਪਾਰਟੀ ਦੇ ਉੱਤੇ ਜੋ ਲੋਕਾਂ ਨੇ ਭਰੋਸਾ ਜਤਾਇਆ ਹੈਗਾ, ਇਹ ਦੂਜੀਆਂ ਪਾਰਟੀਆਂ ਵਾਂਗੂ ਨਹੀਂ, ਜਿੱਦਾਂ ਕਿ 15 ਸਾਲ ਜਿਹੜਾ ਹੈਗਾ ਪਿਛਲੇ, ਜੇ ਅਸੀਂ ਖਾਸ ਗੱਲ ਕਰੀਏ, ਵੱਖਰੇ ਸਮੇਂ ਤੇ ਵੱਖ-ਵੱਖ ਸਰਕਾਰਾਂ ਦੇ ਵਿੱਚ ਮਿਨਿਸਟਰਾਂ ਦੇ ਉੱਤੇ ਇਲਜ਼ਾਮ ਲੱਗਦੇ ਰਹੇ ਨੇ, ਉਹਦੀ ਕੋਈ ਇਨਕੁਆਇਰੀ ਨਹੀਂ ਹੁੰਦੀ ਸੀ, ਬਲਕਿ ਕਲੀਨ ਚਿੱਟ ਜੇਬ 'ਚ ਪਾਈ ਹੁੰਦੀ ਸੀ ਔਰ ਨਾਲੋਂ ਨਾਲ ਕਲੀਨ ਚਿੱਟ ਜਾਰੀ ਕਰ ਦਿੱਤੀ ਜਾਂਦੀ ਸੀ। ਆਮ ਆਦਮੀ ਪਾਰਟੀ ਦੇ ਵਿੱਚ ਅਫਸਰਾਂ ਨੂੰ ਵੀ ਬੜਾ ਸਪਸ਼ਟ ਸੰਦੇਸ਼ ਹੈਗਾ, ਜੇਕਰ ਹਾਲੇ ਤੱਕ ਕੋਈ ਕਰਪਸ਼ਨ ਲੈ ਰਿਹਾ ਫੌਰੀ ਤੌਰ ਤੇ ਬੰਦ ਕਰ ਦੇ, ਨਹੀਂ ਬਖਸ਼ਣ ਵਾਲੇ ਨਹੀਂ ਹੈਗੇ। ਨੀਲ ਜੀ, ਬਹੁਤ ਇੰਟਰਸਟਿੰਗ ਗੱਲ ਕਿ ਤੁਸੀਂ ਕਹੀ ਹੈ ਕਿ ਬਹੁਤ ਵੱਡਾ ਤੇ ਬਹੁਤ ਕਲੀਅਰ ਕੱਟ ਸੰਦੇਸ਼ ਹੈਗਾ। ਬਿਲਕੁਲ ਦੂਸਰੀ ਵਾਰ ਹੋ ਰਿਹਾ ਭਾਰਤ ਦੇ ਇਤਿਹਾਸ ਦੇ ਵਿੱਚ, ਜੇ ਜਲਦੀ ਦੇਖੀਏ, ਬਹੁਤ ਨੇੜਤਾ ਦੇ ਨਾਲ ਦੇਖੀਏ, ਪਰ ਪੰਜਾਬ ਦੇ ਵਿੱਚ ਜੇ ਅਸੀਂ ਪੰਜਾਬ ਦੀ ਖਾਸ ਕਰਕੇ ਗੱਲ ਕਰੀਏ ਤਾਂ ਪਹਿਲੀ ਵਾਰ ਹੈਗਾ ਕਿ ਐਡਾ ਵੱਡਾ ਜਿਹੜਾ ਹੈਗਾ ਕਦਮ ਚੁੱਕਿਆ ਗਿਆ ਕਿਸੇ ਮੁੱਖ ਮੰਤਰੀ ਦੇ ਵੱਲੋਂ ਔਰ ਸਿੱਧੇ ਤਰੀਕੇ ਦੇ ਨਾਲ, ਔਰ ਨਾਲ ਦੀ ਨਾਲ ਹੀ ਕੁਝ ਅੱਧੇ ਘੰਟੇ ਦੇ ਅੰਦਰ ਹੀ ਨਾਲ ਦੀ ਨਾਲ ਕੇਸ ਵੀ ਦਰਜ ਹੁੰਦਾ ਹੈ ਤੇ ਨਾਲ ਦੀ ਨਾਲ ਹੀ ਫੌਰੀ ਤੌਰ ਤੇ ਗ੍ਰਿਫਤਾਰੀ ਵੀ ਹੁੰਦੀ ਹੈ। ਬਹੁਤ ਵੱਡੀ ਗੱਲ ਹੈ। ਔਰ ਖਾਸ ਕਰਕੇ ਸਿਹਤ ਮੰਤਰੀ ਨੇ ਉਹ ਤੁਹਾਡੇ ਡਾਕਟਰ ਵਿਜੇ ਸਿੰਗਲਾ, ਜਿਹੜੇ ਕਿ ਮਤਲਬ ਕਾਫੀ ਕਾਬਿਲ ਡਾਕਟਰ ਹੈਗੇ ਨੇ ਆਪਣੇ ਆਪ ਦੇ ਵਿੱਚ, ਪਰ ਇਹੋ ਜਿਹੀ ਗੱਲ ਦੇ ਵਿੱਚ ਦੋਸ਼ ਲੱਗਣ ਤੇ ਇਸ ਤਰ੍ਹਾਂ ਦੀ ਇਨਕੁਆਇਰੀ ਖੋਲਣਾ। ਦੂਜੀ ਵੱਡੀ ਗੱਲ ਹੈ ਕਿ ਤੁਹਾਨੂੰ ਅਜੀਬ, ਤੁਸੀਂ ਵੈਸੇ ਗੱਲ ਤਾਂ ਦੱਸ ਹੀ ਦਿੱਤਾ, ਪਰ ਅਜੀਬ ਗੱਲ ਨਹੀਂ ਲੱਗਦੀ ਕਿ ਪਹਿਲੀਆਂ ਸਰਕਾਰਾਂ ਕਿਵੇਂ ਸੁੱਤੀਆਂ ਰਹੀਆਂ ਸੀ, ਕਿੰਨਾ ਘਾਣ ਹੁੰਦਾ ਰਿਹਾ ਹੈ? ਦੇਖੋ, ਪੰਜਾਬ ਨੂੰ ਕਰਪਸ਼ਨ ਨੇ ਘੁਣ ਵਾਂਗ ਖਾਧਾ। ਜੇ ਅੱਜ ਪੰਜਾਬ ਦੇ ਵਿੱਚ 3 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ, ਜੇ ਪੰਜਾਬ ਦੇ ਵਿੱਚ ਅਨਰੈਸਟ ਹੈ, ਜੇ ਪੰਜਾਬ ਦਾ ਯੂਥ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਿਹਾ ਹੈ, ਤਾਂ ਕਿਤੇ ਨਾ ਕਿਤੇ ਕਰਪਸ਼ਨ ਦਾ ਉਹ ਹਿੱਸਾ ਰਿਹਾ। ਤੁਹਾਨੂੰ ਯਾਦ ਹੋਏਗਾ ਮੈਡਮ, 2015 ਦੀ ਗੱਲ ਹੈ ਨਾ, ਸਾਡੀ ਪੂਰੀ ਕਿਸਾਨੀ ਬਰਬਾਦ ਹੋ ਗਈ, ਠੀਕ ਹੈ ਕਿ ਨਹੀਂ? ਉਦੋਂ ਕਿਹਾ ਗਿਆ ਕਿ ਨਕਲੀ ਬੀਜ ਤੇ ਇਹਨਾਂ ਦਾ ਸਕੈਮ ਹੋਇਆ, ਕੋਈ ਇਨਕੁਆਇਰੀ ਹੋਈ? ਪਿਛਲੀ ਸਰਕਾਰ ਦੇ ਵਿੱਚ ਦਲਿਤ ਵਿਦਿਆਰਥੀ ਰੋਂਦੇ ਪਿੱਟਦੇ ਮਰ ਗਏ, ਉਹਨਾਂ ਦਾ ਕਰੀਅਰ ਬਰਬਾਦ ਕਰਤਾ। ਇੱਕ ਮੰਤਰੀ ਦੇ ਉੱਤੇ ਲਗਾਤਾਰ ਜਾਨੀ ਕਿ ਇਲਜ਼ਾਮ ਲੱਗਦੇ ਰਹੇ, ਅਸੀਂ ਲਗਾਤਾਰ ਧਰਨੇ ਮੁਜ਼ਾਹਰੇ ਕੀਤੇ ਔਰ ਕੈਪਟਨ ਸਾਹਿਬ ਨੇ ਕਲੀਨ ਚਿੱਟ ਕੱਢੀ ਤੇ ਦੇਤੀ, ਜਦ ਕਿ ਉਸ ਦੇ ਆਪਣੇ ਵਿਭਾਗ ਦੇ ਮੰਤਰੀ ਨੇ ਉਸ ਦੀ ਜਿਹੜੀ ਉਹ ਜਾਂਚ ਕੀਤੀ ਸੀ, 63.92 ਕਰੋੜ ਰੁਪਏ ਦਾ ਘਪਲਾ ਪਾਇਆ ਗਿਆ ਸੀ। ਸੋ ਮੇਰਾ ਕਹਿਣ ਦਾ ਮਤਲਬ ਹੈਗਾ ਵੀ ਜੇਕਰ ਤੁਸੀਂ ਵਾੜ ਹੀ ਖੇਤ ਨੂੰ ਖਾਣ ਲੱਗ ਪਏ ਤਾਂ ਖੇਤ ਦੇ ਵਿੱਚ ਬਚੂਗਾ ਕੀ? ਸੋ ਇਹ ਸਾਡਾ ਸੰਦੇਸ਼ ਬੜਾ ਸਪਸ਼ਟ ਆ ਕਿ ਆਮ ਆਦਮੀ ਪਾਰਟੀ ਕੱਟੜ ਜਿਹੜੀ ਇਮਾਨਦਾਰ ਪਾਰਟੀ ਹੈ, ਇਹਦਾ ਸੰਦੇਸ਼ ਪੂਰੇ ਹਿੰਦੁਸਤਾਨ ਜਾਏਗਾ, ਇਕੱਲੇ ਪੰਜਾਬ 'ਚ ਨਹੀਂ ਜਾਂਦਾ, ਪੂਰੇ ਹਿੰਦੁਸਤਾਨ ਦੇ ਵਿੱਚ ਜਾਏਗਾ ਔਰ ਲੋਕ ਵੀ ਉੱਠਣਗੇ ਕਰਪਸ਼ਨ ਦੇ ਖਿਲਾਫ। ਲੋਕ ਵੀ ਦੂਜੀਆਂ ਸਰਕਾਰਾਂ ਤੋਂ ਹੀ ਮੰਗ ਕਰਨਗੇ ਜੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰੀ ਐਕਸ਼ਨ ਲੈ ਸਕਦੀ ਹੈ, ਤੁਸੀਂ ਕਿਉਂ ਨਹੀਂ ਲੈਂਦੇ?
ਵੱਡਾ ਸੰਦੇਸ਼ ਦਿੱਤਾ ਮੁੱਖ ਮੰਤਰੀ ਨੇ ਤੁਹਾਡੇ। ਤੁਹਾਨੂੰ ਕੀ ਲੱਗਦਾ ਵਿਰੋਧੀ ਜਿਹੜੀਆਂ ਧਿਰਾਂ ਨੇ ਉਹ ਕਿਸ ਤਰੀਕੇ ਦੇ ਨਾਲ ਕਹਿਣਗੇ? ਇੱਕਾ ਦੁੱਕਾ ਦੇ ਤਾਂ ਖੈਰ ਬਿਆਨ ਆਣੇ ਸ਼ੁਰੂ ਹੋ ਗਏ ਨੇ, ਪਰ ਹਜੇ ਟਾਈਮ ਲੱਗੇਗਾ ਸਪਸ਼ਟ ਬਿਆਨ ਆਉਂਦੇ ਹੋਏ। ਸਭ ਤੋਂ ਪਹਿਲੇ ਅਸੀਂ ਜੇ ਗੱਲ ਕਰੀਏ, ਚਾਹੇ ਉਹ ਇੱਕ ਰੋਡ ਰੇਜ ਕੇਸ ਦੇ ਵਿੱਚ ਐਸੇ ਨਵਜੋਤ ਸਿੰਘ ਸਿੱਧੂ ਆਪ ਚਾਹੇ ਜੇਲ੍ਹ 'ਚ ਨੇ, ਉਹ ਇੱਕ ਪੁਰਾਣਾ ਕੇਸ ਸੀਗਾ, ਪਰ ਉਹਨਾਂ ਨੂੰ ਜਦੋਂ ਉਹਨਾਂ ਨੇ ਆਪਣੇ ਰਾਜਨੀਤੀ ਦੇ ਵਿੱਚ ਆਏ ਜਾਂ ਪਿਛਲੇ ਦਿਨੀ ਜਦੋਂ ਅਸੀਂ ਉਹਨਾਂ ਨੂੰ ਪੰਜਾਬ ਦੇ ਵਿੱਚ ਦੇਖਦੇ ਹਾਂ ਤੇ ਉਹਨਾਂ ਨੂੰ ਵੀ ਇਮਾਨਦਾਰ ਲੀਡਰ ਦੇ ਤੌਰ ਤੇ ਉੱਭਰਦਾ ਕਿਹਾ ਸਮਝਿਆ ਜਾਂਦਾ ਸੀਗਾ। ਉਹਨਾਂ ਦੇ ਜਿਹੜੇ ਮੀਡੀਆ ਐਡਵਾਈਜ਼ਰ ਨੇ ਉਹਨਾਂ ਨੇ ਵੀ ਕਾਫੀ ਐਪਰੀਸ਼ੀਏਟ ਕੀਤਾ ਤੁਹਾਨੂੰ ਔਰ ਨਾਲ ਕੁਝ ਸੁਝਾਅ ਵੀ ਦਿੱਤੇ ਨੇ। ਦੇਖੋ, ਬਿਲਕੁਲ ਮੈਂ ਇੱਕ ਚੀਜ਼ ਹੋਰ ਕਹਿਣੀ ਚਾਹੁੰਦਾ ਵਾਂ ਵੀ ਇਹ ਜਿਹੜਾ ਕਿੱਸਾ ਸੀ ਮੈਡਮ, ਤੁਸੀਂ ਜਰਨਲਿਜ਼ਮ ਦੇ ਵਿੱਚ ਉਮਰ ਹੰਡਾਤੀ, ਤੁਹਾਡੇ ਕੋਲ ਇਨਫੋਰਮੇਸ਼ਨ ਹੈਗੀ ਸੀ? ਕੋਈ ਕਿਸੇ ਵਿਰੋਧੀ ਧਿਰ ਦੇ ਕਿਸੇ ਲੀਡਰ ਕੋਲੇ ਇਨਫੋਰਮੇਸ਼ਨ ਹੈਗੀ ਸੀ? ਨਹੀਂ ਸੀ। ਚਾਹੁੰਦੇ ਤਾਂ ਇਸ ਨੂੰ ਦਬਾ ਸਕਦੇ ਸੀ, ਪਰ ਨਹੀਂ, ਕਿਉਂਕਿ ਸਾਡੀ ਕਮਿਟਮੈਂਟ ਹੈਗੀ ਹੈ ਜ਼ੀਰੋ ਕਰਪਸ਼ਨ ਦੀ। ਔਰ ਦੂਸਰੀ ਗੱਲ, 1% ਕਮਿਸ਼ਨ ਮੰਗਿਆ ਉਹਨਾਂ ਨੇ, ਠੀਕ ਹੈ ਨਾ, ਔਰ ਪੰਜਾਬ ਨੂੰ ਬਰਬਾਦ ਕਰਨ ਵਾਲੇ ਤਾਂ 70 80% ਕਮਿਸ਼ਨਾਂ ਖਾ ਗਏ ਆ, ਠੀਕ ਹੈ ਨਾ। ਸੋ ਕਹਿਣ ਦਾ ਮਤਲਬ ਇਹ ਹੈਗਾ ਮੈਡਮ, ਸੰਦੇਸ਼ ਨਾ ਕੇਵਲ ਬਾਹਰਲਿਆਂ ਵਾਸਤੇ ਹੈ, ਸੰਦੇਸ਼ ਆਪਣਿਆਂ ਵਾਸਤੇ ਵੀ ਹੈ, ਸੰਦੇਸ਼ ਹਰ ਇੱਕ ਵਾਸਤੇ ਹੈ। ਔਰ ਨਾਲ ਮੈਂ ਤੁਹਾਡੇ ਚੈਨਲ ਦੇ ਮਾਰਫਤ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ, ਨੰਬਰ ਦੇ ਉੱਤੇ ਤੁਸੀਂ ਜਿਹੜਾ 9501200200 ਐਂਟੀ ਕਰਪਸ਼ਨ ਨੰਬਰ ਜਾਰੀ ਕੀਤਾ ਸੀ, ਬਹੁਤ ਸਾਰੀਆਂ ਸ਼ਿਕਾਇਤਾਂ ਉਹਦੇ ਤੇ ਆਈਆਂ, ਉਹਦੀ ਇਨਕੁਆਇਰੀ ਹੁੰਦੀ ਹੈ। ਡਰੋ ਨਾ, ਇਹ ਮੁੱਖ ਮੰਤਰੀ ਕੱਟੜ ਇਮਾਨਦਾਰ ਮੁੱਖ ਮੰਤਰੀ ਹੈ, ਤੁਹਾਡੇ ਨਾਲ ਖੜਾ ਹੈ। ਕਿਤੇ ਵੀ ਕੁਝ ਗੜਬੜ ਹੁੰਦੀ ਹੈ, ਫੌਰੀ ਤੌਰ ਤੇ ਧਿਆਨ ਚਲਾਓ ਔਰ ਐਕਸ਼ਨ ਹੋਏਗਾ। ਅੱਗੇ ਕੀ ਦੇਖਦੇ ਹੋ ਤੁਸੀਂ ਕਿ ਆਪਣੇ ਮੰਤਰੀਆਂ ਨੂੰ ਹੋਰ ਖੰਗਾਲੋਗੇ, ਨਵੇਂ ਮੰਤਰੀ ਇਮਾਨਦਾਰ ਲੈ ਕੇ ਆਓਗੇ? ਕਿਉਂਕਿ ਜਦੋਂ ਸ਼ੁਰੂਆਤ ਹੋਈ ਸੀ ਆਮ ਆਦਮੀ ਪਾਰਟੀ ਨੇ ਕਿਹਾ ਸੀ ਸਾਰੇ ਇਮਾਨਦਾਰ ਹੀ ਲੈ ਕੇ ਆਵਾਂਗੇ, ਕਾਫੀ ਕ੍ਰਾਈਟੇਰੀਆ, ਕਾਫੀ ਪ੍ਰੋਫਾਈਲ ਚੈਕਿੰਗ ਹੋਈ ਸੀਗੀ, ਚੈੱਕਲਿਸਟ ਬਣੀ ਸੀਗੀ, ਕਿਸ ਤਰੀਕੇ ਦੇ ਨਾਲ ਉਮੀਦਵਾਰਾਂ ਦੇ ਤੌਰ ਤੇ ਹੀ ਕਾਫੀ ਉਮੀਦਵਾਰ ਜਿਹੜੇ ਸੀਗੇ ਉਹ ਉਤਾਰੇ ਗਏ। ਪਰ ਫਿਰ ਵੀ ਜਿਸ ਤਰੀਕੇ ਦੇ ਨਾਲ ਇਹ ਗੱਲ ਸਾਹਮਣੇ ਆਈ ਹੈਗੀ ਹੈ, ਕਹਿੰਦੇ ਨਾ ਕਿਸੇ ਦੇ ਅੰਦਰ ਡੂੰਘਾ ਉਤਰ ਕੇ ਨਹੀਂ ਦੇਖਿਆ ਜਾ ਸਕਦਾ ਜਾਂ ਕਿਸ ਤਰ੍ਹਾਂ ਦੀ ਤਰਬੀਅਤ ਜਾਂ ਤਬੀਅਤ ਦਾ ਕੋਈ ਬੰਦਾ ਹੈਗਾ, ਪਰ ਹਜੇ ਉਹ ਚਾਰजेस ਨੇ, ਆਪਾਂ ਉਸ ਨੂੰ ਇਸ ਤਰ੍ਹਾਂ ਤਾਂ ਨਹੀਂ ਕਹਿ ਸਕਦੇ, ਹਜੇ ਸ਼ੱਕ ਤੇ ਜਾਂ ਚਾਰजेस ਦੇ ਬਿਨਾਂ ਤੇ ਹੀ ਉਹਨਾਂ ਨੂੰ ਤੁਸੀਂ ਬਰਖਾਸਤ ਕੀਤਾ, ਇੱਕ ਚੰਗਾ ਕਦਮ ਕਿਹਾ ਜਾ ਸਕਦਾ ਹੈ ਖਾਸ ਕਰਕੇ, ਪਰ ਇਸ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖ ਰਹੇ ਹੋ? ਨਹੀਂ, ਦੇਖੋ, ਜਿਹਦਾ ਸਰਦਾਰ ਭਗਵੰਤ ਸਿੰਘ ਮਾਨ ਦੀ ਵੀਡੀਓ ਆਈ ਹੈ, ਉਹਨਾਂ ਨੇ ਕਿਹਾ ਕਿ ਉਹਨਾਂ ਨੇ ਮੰਨ ਲਿਆ, ਕਬੂਲ ਕਰ ਲਿਆ ਆਪਣਾ, ਔਰ ਠੀਕ ਹੈ, ਇੰਨੀ ਫੌਰੀ ਐਕਸ਼ਨ ਤੁਸੀਂ ਐਂਟੀ ਕਰਪਸ਼ਨ ਜਿਹੜੀ ਬਿਊਰੋ ਹੈ ਉਸਨੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਹੈਗਾ। ਸੋ ਸੰਦੇਸ਼ ਜਿਹੜਾ ਬੜਾ ਸਪਸ਼ਟ ਹੈ। ਤੁਸੀਂ ਗੱਲ ਕੀਤੀ ਕਿ ਜਦੋਂ ਅਸੀਂ ਉਮੀਦਵਾਰ ਚੁਣੇ ਆ, ਦੇਖੋ ਹਰ ਤਰ੍ਹਾਂ ਦਾ ਝਾਰਨਾ ਲਗਾਇਆ, ਮਤਲਬ ਆਪਣੇ ਵੱਲੋਂ ਵਧੀਆ ਉਮੀਦਵਾਰ ਚੁਣੇ, ਕਿਸੇ ਦੇ ਅੰਦਰ ਵੜ ਕੇ ਤਾਂ ਨਹੀਂ ਦੇਖ ਸਕਦੇ। ਪਰ ਇੱਕ ਗੱਲ ਸੰਦੇਸ਼ ਜਿਹੜਾ ਪਹਿਲੇ ਦਿਨ ਹੀ ਦਿੱਤਾ ਸੀ ਸ਼੍ਰੀ ਅਰਵਿੰਦ ਕੇਜਰੀਵਾਲ ਨੇ, ਉਹਨਾਂ ਨੇ ਕੀ ਕਿਹਾ ਸੀ ਕਿ ਕੰਮ ਘੱਟ ਹੋ ਜਾਵੇ ਤਾਂ ਬਰਦਾਸ਼ਤ ਹੋ ਸਕਦਾ, ਤੁਹਾਨੂੰ ਦੂਜਾ ਚਾਂਸ ਮਿਲ ਸਕਦਾ, ਕਰਪਸ਼ਨ ਦੇ ਵਿੱਚ ਨਾ ਆ ਗਿਆ ਕੋਈ ਚਾਂਸ ਨਹੀਂ। ਅੱਜ ਤਾਂ ਤੁਸੀਂ ਦੱਸ ਹੀ ਸਕਦੇ ਹੋ, ਤੁਹਾਡੇ ਨਾਲ ਗੱਲਬਾਤ ਵੀ ਪਾਰਟੀ ਲੈਵਲ ਤੇ ਹੋਈ ਹੋਣੀ ਹੈ ਕਿ ਜਦੋਂ ਖਾਸ ਕਰਕੇ ਸਾਰੇ ਦੇ ਸਾਰੇ ਜਿਹੜੇ ਵਿਧਾਇਕਾਂ ਦੀ ਬਾਰ-ਬਾਰ ਮੀਟਿੰਗ ਲਿੱਤੀ ਗਈ ਸੀ, ਉਹਦੇ 'ਚ ਅਰਵਿੰਦ ਕੇਜਰੀਵਾਲ ਵੀ ਜਿਹੜੇ ਸੀਗੇ ਉਹ ਵੀ ਆਏ ਸੀਗੇ, ਮੁੱਖ ਮੰਤਰੀ ਵੀ ਸੀਗੇ, ਕਾਫੀ ਲੰਬਾ ਚੌੜਾ ਸੀਗਾ ਕਿਉਂਕਿ ਤੁਹਾਡੀ ਜਿਹੜੀ ਪਲਾਟੂਨ ਹੈਗੀ ਹੈ ਸੁੱਖ ਨਾਲ, ਬਹੁਤ ਲੰਬਾ ਪਰਿਵਾਰ, ਵੱਡਾ ਪਰਿਵਾਰ ਹੈ ਤੁਹਾਡਾ, 92 ਜਿਹੜੇ ਹੈਗੇ ਨੇ ਜਿੱਤ ਕੇ ਆਏ ਨੇ। ਅੱਗੇ ਤੁਸੀਂ ਇਹਨਾਂ ਦਾ ਕੀ ਦੇਖਦੇ ਹੋ? ਕਿ ਪਹਿਲੇ ਤਾਂ ਮੈਂ ਪਹਿਲੇ ਕੁਐਸਚਨ ਪੁੱਛਣਾ ਚਾਹਾਂਗੀ ਕਿ ਕੀ ਸੰਦੇਸ਼ ਉਦੋਂ ਦਿੱਤਾ ਸੀਗਾ ਜਾਂ ਕਿਹੜੀਆਂ ਗੱਲਾਂ ਹੋਈਆਂ ਸੀ ਜਿਸ ਤੇ ਕਿ ਸ਼ਾਇਦ ਵਿਜੇ ਸਿੰਗਲਾ ਜੀ ਨੇ ਆਪਣੀ ਜਿਹੜੀ ਹੈ ਉਹ ਮਤਲਬ ਕਿ ਉਹ ਨਹੀਂ ਖੜੇ ਹੋਏ? ਤੇ ਦੂਜੀ ਗੱਲ, ਆਉਣ ਵਾਲੇ ਦਿਨਾਂ ਦੇ ਵਿੱਚ ਕੀ ਇਹਨਾਂ ਨੂੰ ਪਾਰਟੀ ਤੋਂ ਬਾਹਰ ਕੀਤਾ ਜਾ ਸਕਦਾ? ਨਹੀਂ, ਇਹ ਤਾਂ ਦੇਖੋ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਫੈਸਲਾ ਲੈਣਾ ਹੈਗਾ ਤੇ ਕੀ ਕੀਤਾ ਜਾਣਾ ਹੈ। ਵੈਸੇ ਕਰਪਸ਼ਨ ਦੇ ਚਾਂਸ ਜਦੋਂ ਪਾਰਟੀ ਦੇ ਵਿੱਚ ਨਹੀਂ ਹੈਗੇ ਤਾਂ ਪਾਰਟੀ 'ਚ ਰਹਿਣ ਦਾ ਕੋਈ ਤੁੱਕ ਵੀ ਨਹੀਂ ਹੁੰਦਾ। ਤੇ ਲੇਕਿਨ ਜਿਹੜੀ ਦੂਸਰੀ ਜਿਹੜੀ ਗੱਲ ਇਹ ਹੈਗੀ ਹੈ ਕਿ ਸੰਦੇਸ਼ ਜਿਹੜਾ ਬੜਾ ਸਪਸ਼ਟ ਹੈ, ਜਿਹੜੇ ਵੀ ਸਾਡੇ ਵਿਧਾਇਕ ਚੁਣ ਕੇ ਆਏ ਆ, ਚਾਹੇ ਮੰਤਰੀ ਹੈ, ਕਰਪਸ਼ਨ ਦੇ ਉੱਤੇ ਤਾਂ ਜ਼ੀਰੋ ਟੋਲਰੈਂਸ ਹੈ। ਔਰ ਕੰਮ ਦੇ ਲਈ ਵੀ ਸਰਦਾਰ ਭਗਵੰਤ ਸਿੰਘ ਮਾਨ ਨੇ ਆਖਿਆ ਵੀ ਤੁਸੀਂ ਚੰਡੀਗੜ੍ਹ 'ਚ ਨਾ ਬੈਠੋ, ਜਿਹੜੀ ਸਰਕਾਰ ਹੈ ਹੁਣ ਉਹ ਚੰਡੀਗੜ੍ਹ ਦੀ ਸੈਕਟਰੀਏਟ ਤੋਂ ਨਹੀਂ ਚੱਲਣੀ, ਉਹ ਲੋਕਾਂ ਦੇ ਵਿੱਚ ਹੀ ਚੱਲੂਗੀ, ਮੁਹੱਲਿਆਂ 'ਚ ਚੱਲੂਗੀ, ਠੀਕ ਹੈ ਨਾ, ਤੁਹਾਡੇ ਵਾਰਡਾਂ 'ਚ ਚੱਲੂਗੀ, ਹਲਕਿਆਂ 'ਚ ਚੱਲੂਗੀ। ਸੋ ਦੋ ਚੀਜ਼ਾਂ ਬੜੀਆਂ ਸਪਸ਼ਟ ਨੇ ਕਿ ਕੰਮ ਜਿਹੜਾ ਹੈਗਾ ਉਹ ਲੋਕਲ ਪੱਧਰ ਤੇ ਕਰਨਾ ਹੀ ਪੈਣਾ ਤੁਹਾਨੂੰ, ਜਿਹੜੀ ਤੁਹਾਨੂੰ ਜ਼ਿੰਮੇਵਾਰੀ ਲੋਕਾਂ ਨੇ ਸੰਭਾਲੀ ਹੈਗੀ ਹੈ। ਕਰਪਸ਼ਨ ਦੇ ਜਿਹੜਾ ਹੈਗਾ ਜ਼ੀਰੋ ਯਾਨੀ ਕਿ ਟੋਲਰੈਂਸ ਹੈਗਾ। ਔਰ ਦੂਸਰੇ ਬੰਨੇ ਜਿਹੜੀ ਆਮ ਆਦਮੀ ਪਾਰਟੀ ਦਾ ਜਿਹੜਾ ਫਲੈਗਸ਼ਿਪ ਹੈਗਾ, ਐਜੂਕੇਸ਼ਨ ਨੂੰ ਸੁਧਾਰਨਾ, ਹੈਲਥ ਦੇ ਸਿਸਟਮ ਨੂੰ ਸੁਧਾਰਨਾ, ਠੀਕ ਹੈ ਨਾ, ਬਿਜਲੀ ਦੇ ਸਿਸਟਮ ਨੂੰ ਸੁਧਾਰਨਾ, ਕਰਪਸ਼ਨ ਨੂੰ ਜ਼ੀਰੋ ਤੇ ਲੈ ਕੇ ਆਉਣਾ, ਕਿਸਾਨੀ ਦੀ ਹਾਲਾਤ ਸੁਧਾਰਨਾ। ਤੁਸੀਂ ਦੇਖੋ ਉਹਦੇ ਵਿੱਚ ਵੀ ਅਸੀਂ ਕਿੰਨੇ ਜਿਹੜੇ ਹੈਗੇ ਡਰਾਸਟਿਕ ਸਟੈਪ ਲਏ ਨੇ ਔਰ ਲੋਕਾਂ ਦਾ ਸਾਨੂੰ ਸਮਰਥਨ ਮਿਲ ਰਿਹਾ। ਮੁਹੱਲਾ ਕਲੀਨਿਕ ਜਿਹੜੇ ਹੁਣ ਸ਼ੁਰੂ ਕਰਨੇ ਸੀ ਉਹ ਵੀ ਉਹਨਾਂ ਦਾ ਜ਼ਿੰਮਾ ਵੀ ਇਹਨਾਂ ਤੇ ਹੀ ਸੀ ਕਿਉਂਕਿ ਉਹਨਾਂ ਦੇ ਜਿਹੜੇ ਮਹਿਕਮਾ ਇਹਨਾਂ ਕੋਲ ਹੀ ਆਉਂਦਾ ਸੀਗਾ, ਤੇ ਹੁਣ ਜਿਹੜਾ ਹੈਗਾ ਉਹਦੇ ਤੇ ਡੈਫੀਨੇਟਲੀ ਕੋਈ ਨਵਾਂ ਮੰਤਰੀ ਆਏਗਾ ਤੇ ਨਵੇਂ ਤਰੀਕੇ ਦੇ ਨਾਲ ਹੋਏਗਾ। ਹਾਂ ਬਿਲਕੁਲ, ਨੈਚੁਰਲੀ ਜੇ ਮੁਹੱਲਾ ਕਲੀਨਿਕ ਸਾਡਾ ਫਲੈਗਸ਼ਿਪ ਜਾਨੀ ਕਿ ਹੈਗਾ ਮੈਨੂੰ ਫਿਲਾਸਫੀ ਹੈਗੀ ਹੈ, ਉਹਦੇ ਤੇ ਐਕਟ ਹੋਣੇ, ਉਹਦੇ ਉੱਤੇ ਇਹਦੇ ਨਾਲ ਕੋਈ ਅਸਰ ਨਹੀਂ ਪੈਂਦਾ। ਉਹ ਜਿਹੜਾ ਵੀ ਨਵਾਂ ਮੰਤਰੀ ਅਪਾਇੰਟ ਹੁੰਦਾ ਜਾਂ ਜਿਹਦੇ ਕੋਲੇ ਵਿਭਾਗ ਜਾਏਗਾ ਉਹ ਬਿਲਕੁਲ ਇਸ ਨੂੰ ਦੇਖੇਗਾ। ਬਹੁਤ ਬਹੁਤ ਧੰਨਵਾਦ।
ਇਹ ਸਾਡੇ ਨਾਲ ਸੀਗੇ ਨੀਲ ਗਰਗ ਜਿਹੜੇ ਕਿ ਸਪੋਕਸਪਰਸਨ ਨੇ ਆਮ ਆਦਮੀ ਪਾਰਟੀ ਦੇ। ਬੜੇ ਕਲੀਅਰ ਕੱਟ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ ਜ਼ੀਰੋ ਟੋਲਰੈਂਸ ਜਿਹੜੀ ਹੋਏਗੀ ਉਹ ਕਰਪਸ਼ਨ ਵਾਸਤੇ ਹੈਗੀ ਹੈ। ਸਾਡਾ ਜਿਹੜਾ ਫਲੈਗਸ਼ਿਪ ਹੈਗਾ ਉਹੀ ਬੇਸਿਕਲੀ ਇਹ ਹੈਗਾ ਕਿ ਜ਼ੀਰੋ ਟੋਲਰੈਂਸ ਫॉर ਕਰਪਸ਼ਨ ਕਿਸੇ ਵੀ ਹਾਲਾਤ 'ਚ ਬਰਦਾਸ਼ਤ ਨਹੀਂ ਕੀਤੀ ਜਾਏਗੀ। ਅਰਵਿੰਦ ਕੇਜਰੀਵਾਲ ਨੇ ਵਿਧਾਇਕਾਂ ਨੂੰ ਵੀ, ਮੰਤਰੀਆਂ ਨੂੰ ਵੀ ਔਰ ਆਪਣੀ ਸਾਰੇ ਦੇ ਸਾਰੇ ਜਿੰਨਾ ਵੀ ਉਹਨਾਂ ਦਾ ਪੂਰਾ ਨੇਤਾ ਨੇ, ਉਹਨਾਂ ਦੇ ਲੀਡਰ ਨੇ, ਉਹਨਾਂ ਨੂੰ ਸਪਸ਼ਟ ਤੌਰ ਤੇ ਇਹ ਜਦੋਂ ਵੀ ਗੱਲਾਂ ਹੋਈਆਂ ਉਹਨਾਂ ਨੇ ਵੀ ਕਿਹਾ ਤੇ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਗੱਲ ਨੂੰ ਬਹੁਤ ਸਪਸ਼ਟ ਸੰਦੇਸ਼ ਦੇ ਦਿੱਤਾ ਹੈ, ਚਾਹੇ ਉਹ ਅਧਿਕਾਰੀ ਹੋਣ, ਚਾਹੇ ਉਹ ਲੀਡਰ ਹੋਣ, ਚਾਹੇ ਉਹ ਕਰਮਚਾਰੀ ਹੋਣ ਤੇ ਚਾਹੇ ਉਹ ਜਿਹੜੇ ਨੇ ਪਾਰਟੀ ਵਰਕਰਸ ਹੋਣ, ਵੀ ਕਿਸੇ ਵੀ ਤਰੀਕੇ ਦੀ ਜਿਹੜੀ ਹੈਗੀ ਹੈ ਉਹ ਕਰਪਸ਼ਨ ਜਿਹੜੀ ਹੈ ਉਹ ਕਿਸੇ ਵੀ ਲੈਵਲ ਤੇ ਬਰਦਾਸ਼ਤ ਨਹੀਂ ਕੀਤੀ ਜਾਏਗੀ। ਉਸ ਦੇ ਨਾਲ ਉਹਨਾਂ ਨੇ ਇੱਕ ਗੱਲ ਹੋਰ ਸਪਸ਼ਟ ਕੀਤੀ ਹੈ ਕਿ ਜਿਹੜਾ ਸਰਕਾਰਾਂ ਨੇ ਉਹ ਹੁਣ ਦਫ਼ਤਰਾਂ 'ਚ ਬੈਠ ਕੇ, ਖਾਸ ਕਰਕੇ ਜੇ ਗੱਲ ਕਰੀਏ ਮੰਤਰੀਆਂ ਦੀ ਜਾਂ ਜਿਹੜੇ ਲੋਕਾਂ ਦੇ ਵਿੱਚ ਜਾ ਕੇ ਸਰਕਾਰਾਂ ਚੱਲਣਗੀਆਂ, ਮੰਤਰੀਆਂ ਨੂੰ ਵੀ ਇਹ ਗੱਲ ਕਹੀ ਗਈ ਹੈ, ਵਿਧਾਇਕਾਂ ਨੂੰ ਵੀ ਇਹ ਗੱਲ ਕਹੀ ਗਈ ਹੈ ਕਿ ਆਫਿਸ ਦੇ ਵਿੱਚ ਬੈਠ ਕੇ ਸਰਕਾਰਾਂ ਨਹੀਂ ਚੱਲਣਗੀਆਂ, ਤੁਹਾਨੂੰ ਲੋਕਾਂ ਦੇ ਵਿੱਚ ਜਾਣਾ ਪਏਗਾ ਔਰ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੀ ਸਰਕਾਰ ਜਿਹੜੀ ਹੈ ਉਹ ਚਲਾਈ ਜਾਏਗੀ। ਇੱਕ ਗੱਲ ਤਾਂ ਬਹੁਤ ਸਪਸ਼ਟ ਹੋ ਗਈ ਹੈ ਕਿ ਇਸ ਤਰ੍ਹਾਂ ਦਾ ਪਹਿਲੀ ਵਾਰ ਹੋਇਆ ਪੰਜਾਬ ਦੇ ਇਤਿਹਾਸ ਦੇ ਵਿੱਚ। ਔਰ ਉਸ ਦੇ ਨਾਲ ਇੱਕ ਗੱਲ ਹੋਰ ਵੀ ਅੱਜ ਜ਼ਰੂਰ ਪੁਖਤਾ ਹੋਈ ਹੈ ਕਿ ਇਸ ਕਦਮ ਦੇ ਨਾਲ ਇੱਕ ਕਦਮ ਹੋਰ ਵਧਾ ਲਿਆ ਭਗਵੰਤ ਮਾਨ ਨੇ ਇਮਾਨਦਾਰੀ ਦੇ ਸਾਂਚੇ ਵਿੱਚ। ਤੁਸੀਂ ਦੇਖਦੇ ਰਹੋ D5 ਪੰਜਾਬੀ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ, ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।